श्री वाहिगुरु जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद चक्र चहन अर बरन जात अर पात नहन जेहे रूप रंग अर रेख भेख को कह न सकत केहे अचल मूरत अनभव प्रकाश अमतोज कह जय कोट इंद्र इंद्राण साहे साहान गण जय तरे भवन महीप सुर नर असुर नेत नेत बन तृण कहत तब सर्ब नाम कथा कवन कर्म नाम वर्णत सुमत तब सर्ब नाम कथा कवन कर्म नाम वर्णत सुमत प्रभ जी तो कह लाज हमारी प्रभ जी तो कह लाज हमारी नीलकंठ नरहर नारायण नील बसन बनवारी परम पुरख परमेश्वर स्वामी पावन पौन आहारी माधव महाजोत मद मर्दन मान मुकंद मुरारी निर्विकार निर्जुर निंदरा बिन निर्भिक नरक निवारी कृपा सिंध काल त्रयदर्शी कुकरित पर नासनकारी तनर पान त्रित मान तरा तर अन बिकार असुतारी हो मत मंद चरण शरणागत कर गह लेहो उबारी हो मत मंद चरण शरणागत कर गह लेहो उबारी हम अवगुण परे एक गुण नाही अमृत छाड़ बिख बिख खाई माया मोह परम पै फूले सुत दारा स्यों प्रीत एक उत्तम पंथ सुन्यो गुर संगत तेह मिलंत जम त्रास मिटाई एक अरदास पाठ कीरत की गुर रामदास राखो कहो टल गुर सेविया अहनस सहज सुभाए दर्शन परसे गुरु का जन्म मरण दुख जाए सिफत खसंदि नूर अर सह कुर सह चटिया सच्चे पातशाह माल जन्म जन्म दे कटिया सजन सच्चा पातशाह सिर साहद साहो इस पास बैठया सोहिया सबना दावे साहो सतनाम
श्री वाहेगुरु साहिब जी गुजरे। महला पंजवा। घोर प्रसादे प्रभ ते आया, गए शंका टूट। दुख अनेरा भय बिनासे, पाप गए निखूट। घोर प्रसादे प्रभ ते आया, गए शंका टूट। दुख अनेरा भय बिनासे, पाप गए निखूट। हर हर नाम के मन प्रीत, मेल साध बचन गोबिंद ते आए। महानिर्मल रीत रहाओ, जाप ताप अनेक करने। सफल सिमरत नाम, कर अनुग्रह आप राखे। तै पूरन काम, सास सास न बिसर कबहो। ब्रह्म प्रभ समर्थ, गुण अनक रसना क्या बखान। अगणत सदा अकथ, दीन दर्द निवार तारण। दयाल कृपा करण, अटल पदवी नाम सिमरण। दृढ़ नानक हर हर शरण। दीन दर्द निवार तारण। दयाल कृपा करण। अटल पदवी नाम सिमरण। दृढ़ नानक हर हर शरण। वाहिगुरु जी का खालसा, वाहिगुरु जी की फतेह। पतित पावन सतगुरां दे पावन पवित्र चरणां 'च हाजरियां भर रहे गुरु स्वरूप गुरु खालसा साध संगत जीओ, ਵੱਡੇ ਭਾਗ ਹਨ। ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਕੇ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੇ ਗਏ ਪਵਿੱਤਰ ਸ੍ਰੀ ਹੁਕਮਨਾਮੇ ਦੀ ਵਿਚਾਰ, ਗੁਰਬਾਣੀ ਦੀ ਵਿਚਾਰ ਸਰਵਣ ਕਰਕੇ ਆਪ ਜੀ ਆਪਣੀ ਦਿਨ ਚਰਿਆ ਪ੍ਰਾਰੰਭ ਕਰਦੇ ਹੋ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਥਨ ਹੈ ਕਿ ਸਰੀਰ ਦੇ ਸਾਰੇ ਚਿਹਨ ਛੱਡ ਕੇ, ਸਾਰੇ ਅੰਗ ਛੱਡ ਕੇ ਕੇਵਲ ਚਰਣੀ ਕਿਉਂ ਪੂਜੇ ਜਾਂਦੇ ਨੇ ਗੁਰਸਿੱਖਾਂ ਦੇ। ਕੇਵਲ ਚਰਨਾਂ ਦਾ ਹੀ ਕਿਉਂ ਸਤਿਕਾਰ ਕੀਤਾ ਜਾਂਦਾ, ਚਰਣੀ ਕਿਉਂ ਪੂਜੇ ਜਾਂਦੇ ਹਨ। ਇੰਨਾ ਸਤਿਕਾਰ ਕਿ ਭਾਈ ਗੁਰਦਾਸ ਜੀ ਕਹਿੰਦੇ ਮੈਂ ਆਪਣੀ ਖਲ ਦੇ ਮੌਜੇ ਬਣਾ ਕੇ ਉਹਨਾਂ ਦੇ ਚਰਨਾਂ 'ਚ ਪਾਵਾਂ। ਮੇਰੀ ਖੱਲੋਂ ਮੋਜੜੇ
ਗੁਰਸਿੱਖ ਹੰਡਾਉਂਦੇ ਕਿਉਂ ਪੂਜੇ ਜਾਂਦੇ ਨੇ ਚਰਨ ਗੁਰਸਿੱਖਾਂ ਦੇ? ਬਾਕੀ ਸਰੀਰ ਦੇ ਅੰਗ ਵੀ ਬਹੁ ਮੁੱਲੇ ਨੇ, ਵਡਮੁੱਲੇ ਨੇ। ਅੱਖਾਂ ਬੜੀਆਂ ਕੀਮਤੀ ਨੇ, ਹੱਥ ਬੜੇ ਕੀਮਤੀ ਨੇ, ਨਾਸਕਾ, ਕੰਨ, ਜੀਭ, ਨੱਕ ਸਭ ਕੀਮਤੀ ਨੇ। ਪਰ ਚਰਨ ਹੀ ਕਿਉਂ ਪੂਜੇ ਜਾਂਦੇ ਆ? ਤੇ ਭਾਈ ਗੁਰਦਾਸ ਜੀ ਕਹਿੰਦੇ ਉਹਦਾ ਕਾਰਨ ਹੈ, ਉਹ ਚਰਨ ਪੂਜੇ ਜਾਂਦੇ ਨੇ ਜਿਹੜੇ ਗੁਰਸਿੱਖ ਆਪਣਿਆਂ ਚਰਨਾਂ ਨਾਲ ਚੱਲ ਕੇ ਸਾਧ ਸੰਗਤ ਵਿੱਚ ਆਉਂਦੇ ਤੇ ਕਥਾ ਸੁਣਦੇ, ਕੀਰਤਨ ਸੁਣਦੇ। ਸਤ ਸੰਗਤ ਵਿੱਚ ਆਉਣ ਵਾਲੇ ਗੁਰਸਿੱਖਾਂ ਦੇ ਚਰਨਾਂ ਵਿੱਚ ਨਮਸਕਾਰ ਹੈ। ਜਿਹੜੇ ਆਪਣਿਆਂ ਚਰਨਾਂ ਨਾਲ ਚੱਲ ਕੇ ਗੁਰੂ ਕੀ ਸੰਗਤ ਵਿੱਚ, ਗੁਰੂ ਕੀ ਸ਼ਰਨ ਚ ਆਉਂਦੇ ਨੇ। ਆਪ ਸਾਰੇ ਵੱਡਿਆਂ ਭਾਗਾਂ ਵਾਲੇ ਹੋ, ਗੁਰਦੇਵ ਦੇ ਪਵਿੱਤਰ ਚਰਨਾਂ ਵਿੱਚ ਜੁੜ ਬੈਠੇ। ਗੁਰਦੇਵ ਜੀ ਨੇ ਅੰਮ੍ਰਿਤ ਵੇਲੇ ਪਵਿੱਤਰ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਰਾਗ ਗੁਜਰੀ ਵਿੱਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਨੇ। ਆਓ ਕੁਝ ਸਮੇਂ ਲਈ ਮਨ ਬਿਰਤੀਆਂ ਇਕਾਗਰ ਕਰੀਏ। ਸਤਿਗੁਰਾਂ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾਉਂਦਿਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਗੂਜਰੇ ਮਹੱਲਾ ਪੰਜਵਾ। ਰਾਗ ਗੂਜਰੀ ਹੈ। ਹਿੰਦੁਸਤਾਨ ਦੀ ਧਰਤੀ ਤੇ ਇੱਕ ਜਾਤੀ ਹੈ ਗੁੱਜਰ। ਗੁੱਜਰਾਂ ਦੀ ਅਕਸਰ ਇਹ ਕਾਰ ਹੁੰਦੀ ਹੈ, ਕ੍ਰਿਤ ਹੁੰਦੀ ਹੈ ਪਸ਼ੂ ਰੱਖਣੇ ਔਰ ਉਹਨਾਂ ਦਾ ਦੁੱਧ ਉਹ ਵੇਚਣਾ। ਹਜ਼ਾਰਾਂ ਦੀ ਗਿਣਤੀ 'ਚ ਪਸ਼ੂਆਂ ਦਾ ਵੱਗ ਰੱਖਣਾ, ਇੱਕ ਜਗ੍ਹਾ ਤੋਂ ਦੂਜੇ ਥਾਂ ਤੇ ਭਰਮਣ ਕਰਦਿਆਂ ਦੁੱਧ ਵੇਚਣ ਦੀ ਪ੍ਰਕਿਰਿਆ ਵਿੱਚ ਪ੍ਰਵਿਰਤ ਹੋਣਾ। ਉਸ ਕੌਮ ਦਾ ਇੱਕ ਰਾਗ ਹੈ ਗੂਜਰੀ। ਗੁਰਦੇਵ ਦਾ ਕੜਾਵਾਂ ਇੰਨਾ ਵੱਡਾ ਹੈ ਕਿ ਸਭ ਨੂੰ ਆਪਣੇ ਕੜਾਵੇਂ ਵਿੱਚ ਸਮੇਟਦੇ ਨੇ। ਕਿੱਥੇ ਤਿਮਰਲਿੰਗ ਦੇ ਇਲਾਕੇ ਦਾ ਗਾਇਆ ਜਾਣ ਵਾਲਾ ਰਾਗ ਤਿਲੰਗ, ਉੱਥੋਂ ਦੇ ਲੋਕਾਂ ਨੂੰ ਆਪਣੇ ਕੜਾਵੇਂ ਵਿੱਚ ਲੈਂਦੇ ਹਨ। ਉੱਥੇ ਗੂਜਰੀ ਰਾਗ ਪਾਤਸ਼ਾਹ ਉਚਾਰਦੇ, ਬੜਾ ਪਿਆਰਾ ਰਾਗ ਹੈ ਗੂਜਰੀ। ਧੰਨ ਗੁਰੂ ਅਰਜਨ ਦੇਵ ਸਾਹਿਬ ਦਾ ਉਚਾਰਿਆ ਹੋਇਆ ਸ਼ਬਦ ਹੈ। ਹਾਂਜੀ। ਗੁਰ ਪ੍ਰਸਾਦੇ ਪ੍ਰਭ ਤੇ ਆਇਆ, ਗਏ ਸ਼ੰਕਾ ਟੋਟ। ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਪ੍ਰਸਾਦ ਨਾਲ। ਪ੍ਰਸਾਦੀ ਦਾ ਮਤਲਬ ਹੁੰਦਾ ਕਿਰਪਾ। ਗੁਰੂ ਹਮੇਸ਼ਾ ਆਪਣੇ ਸੇਵਕ ਤੇ ਕਿਰਪਾ ਕਰਦਾ ਹੈ। ਗੁਰੂ ਆਪਣੇ ਸੇਵਕ ਦੀ ਘਾਲਣਾ ਨਹੀਂ ਵੇਖਦਾ, ਗੁਰੂ ਆਪਣੇ ਸੇਵਕ ਦੇ ਗੁਣ ਨਹੀਂ ਵੇਖਦਾ, ਨਾ ਔਗਣ ਵੇਖਦਾ। ਗੁਰੂ ਆਪਣੇ ਸਿੱਖ ਅੰਦਰ ਕੇਵਲ ਭਾਵਨਾ ਤੇ ਪ੍ਰੇਮ ਵੇਖਦਾ। ਜਿਨ੍ਹਾਂ ਅੰਦਰ ਗੁਰੂ ਦਾ ਪ੍ਰੇਮ ਹੈ, ਗੁਰੂ ਦੀ ਪ੍ਰੀਤ ਹੈ, ਉਹ ਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਹਨ। ਤੇ ਸਤਿਗੁਰੂ ਜੀ ਆਪਣੇ ਸੇਵਕਾਂ ਦੇ ਪ੍ਰੇਮ ਦੇ ਭੁੱਖੇ ਨੇ। ਗੋਬਿੰਦ ਪਾਓ ਭਗਤ ਦਾ ਭੁੱਖਾ। ਤੋ ਜਿਨ੍ਹਾਂ ਤੇ ਸਤਿਗੁਰੂ ਜੀ ਰੀਝ ਪੈਂਦੇ ਨੇ, ਪ੍ਰਸੰਨ ਹੋ ਜਾਂਦੇ ਨੇ, ਕਿਰਪਾ ਕਰਦੇ ਨੇ, ਤੇ ਗੁਰੂ ਦੀ ਕਿਰਪਾ ਨਾਲ ਹੀ ਸਿੱਖ ਪ੍ਰਭੂ ਨੂੰ ਧਿਆਉਂਦਾ। ਅਸੀਂ ਆਪਣੀ ਰਸਨਾ ਤੋਂ ਵਾਹਿਗੁਰੂ ਕਹੀਏ, ਚਾਹੇ ਅਸੀਂ ਉੱਠ ਕੇ ਅੰਮ੍ਰਿਤ ਵੇਲੇ ਜਪ ਜੀ ਪੜ੍ਹੀਏ, ਜਾਪ ਸਾਹਿਬ ਪੜ੍ਹੀਏ,
ਚੌਪਈ ਸਾਹਿਬ ਦਾ ਪਾਠ ਕਰੀਏ, ਆਨੰਦ ਸਾਹਿਬ ਪੜ੍ਹੀਏ, ਸਵਈਏ ਪੜ੍ਹੀਏ, ਰਹਿਰਾਸ ਸਾਹਿਬ ਦਾ ਪਾਠ ਕਰੀਏ, ਕੀਰਤਨ ਸੋਹਿਲਾ ਪੜ੍ਹੀਏ, ਸੁਖਮਣੀ ਸਾਹਿਬ ਪੜ੍ਹੀਏ, ਆਸਾ ਦੀ ਵਾਰ ਪੜ੍ਹੀਏ, ਸਤ ਸੰਗਤ ਵਿੱਚ ਬੈਠ ਕੇ ਕਥਾ ਕਰੀਏ, ਸੁਣੀਏ, ਕੀਰਤਨ ਕਰੀਏ, ਸੁਣੀਏ, ਗੁਰਬਾਣੀ ਪੜ੍ਹੀਏ, ਸੁਣੀਏ। ਇਹ ਸਾਰਾ ਕੁਝ ਤਦੇ ਸੰਭਵ ਹੁੰਦਾ ਜਦੋਂ ਗੁਰੂ ਦੀ ਕਿਰਪਾ ਹੁੰਦੀ। ਬਿਨਾਂ ਗੁਰੂ ਦੀ ਕਿਰਪਾ ਤੋਂ ਤਾਂ ਅਸੀਂ ਇੱਕ ਓੰਕਾਰ ਵੀ ਨਹੀਂ ਕਹਿ ਸਕਦੇ। ਸਾਰਾ ਜਪਜੀ ਸਾਹਿਬ ਪੜ੍ਹਨਾ ਤਾਂ ਦੂਰ ਰਿਹਾ। ਜਦੋਂ ਨਿਤਨੇਮ ਕਰ ਹਟੀਏ ਤਾਂ ਇਹ ਸਮਝਣਾ ਇਹ ਗੁਰੂ ਦੀ ਕਿਰਪਾ ਨਾਲ ਹੋਇਆ, ਮੇਰੀ ਕੋਈ ਘਾਲਣਾ ਨਹੀਂ। ਕੋਈ ਵੀ ਕਰਮ ਕਰਦੇ ਆ, ਉਸ ਕਰਮ ਦੇ ਨਾਲ ਅਹੰਗ ਭਾਵ ਨਹੀਂ ਜੋੜਨਾ ਕਿ ਮੈਂ ਕੀਤਾ। ਜਦੋਂ ਅਸੀਂ ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਵੀ ਉਸ ਨਾਲ ਅਹੰਗ ਭਾਵ ਜੋੜਦੇ ਹਾਂ। ਮੈਂ ਪੜ੍ਹੀ ਹੈ ਬਾਣੀ, ਮੈਂ ਕੀਤਾ ਹੈ ਕੀਰਤਨ, ਤਾਂ ਉਸ ਅਹੰਗ ਭਾਵ ਨਾਲ ਕੀਤਾ ਹੋਇਆ ਕਰਮ ਸਾਡੇ ਅੰਤਸ਼ਕਰਨ ਨੂੰ ਮਲਨ ਕਰ ਦਿੰਦਾ, ਮੈਲਾ ਕਰ ਦਿੰਦਾ। ਪਰ ਉਸ ਕਰਮ ਨੂੰ ਕਰਨ ਤੋਂ ਬਾਅਦ ਭਾਵ ਇਹ ਹੋਵੇ ਗੁਰੂ ਦੀ ਕਿਰਪਾ ਨਾਲ ਹੋਇਆ। ਉਹਦੀ ਕਿਰਪਾ ਹੋਈ ਹੈ ਤਾਂ ਮੈਂ ਉੱਠ ਸਕਿਆ, ਉਸ ਦੀ ਕਿਰਪਾ ਹੋਈ ਤਾਂ ਇਸ਼ਨਾਨ ਕਰ ਸਕਿਆ। ਬਿਨਾਂ ਉਸ ਦੀ ਕਿਰਪਾ ਤੋਂ ਇਹ ਸਭ ਕੁਝ ਸੰਭਵ ਨਹੀਂ ਹੈ। ਬਸ ਇਹ ਭਾਵ ਹੋਣਾ ਚਾਹੀਦਾ। ਤੋ ਗੁਰੂ ਦੇ ਪ੍ਰਸਾਦ ਦੁਆਰਾ, ਗੁਰੂ ਦੀ ਕਿਰਪਾ ਦੁਆਰਾ ਜਿਨ੍ਹਾਂ ਨੇ ਪ੍ਰਭੂ ਨੂੰ ਧਿਆਇਆ, ਉਹਨਾਂ ਦੇ ਹਿਰਦੇ ਚੋਂ ਜਿਤਨੀਆਂ ਵੀ ਸ਼ੰਕਾਵਾਂ ਸਨ ਉਹ ਟੁੱਟ ਗਈਆਂ, ਦੂਰ ਹੋ ਗਈਆਂ। ਗਈ ਸ਼ੰਕਾ ਟੂਟ, ਜਿੰਨੇ ਸ਼ੰਕੇ ਸੀ ਟੁੱਟ ਗਏ, ਦੂਰ ਹੋ ਗਏ। ਹਮੇਸ਼ਾ ਸ਼ੰਕਾ ਗ੍ਰਸਤ ਉਹ ਹਿਰਦੇ ਹੁੰਦੇ ਨੇ ਜਿਹੜੇ ਨਾਮ ਤੋਂ ਟੁੱਟੇ ਹੋਏ ਨੇ। ਨਾਮ ਜਪਣ ਵਾਲਿਆਂ ਨੂੰ ਤਾਂ ਕੋਈ ਸੰਦੇਹ ਰਹਿ ਹੀ ਨਹੀਂ ਜਾਂਦਾ, ਸ਼ੰਕਾ ਰਹਿ ਹੀ ਨਹੀਂ ਜਾਂਦਾ। ਅੱਜ ਜਿਤਨੇ ਵੀ ਸੰਦੇਹ, ਜਿਤਨੇ ਵੀ ਸ਼ੰਕੇ ਸਾਡੇ ਅੰਦਰ ਉੱਠਦੇ ਨੇ, ਉਹਨਾਂ ਨਾਲ ਜੋ ਵਿਵਾਦ ਦਾ ਮਾਹੌਲ ਬਣਦਾ ਹੈ, ਉਹਨਾਂ ਸਾਰੇ ਸ਼ੰਕਿਆਂ ਦਾ ਮੂਲਤଃ ਕਾਰਨ ਇਹੀ ਹੈ ਕਿ ਅਸੀਂ ਨਾਮ ਸਿਮਰਨ ਤੋਂ ਬਿਰਵੇ ਹੋ ਗਏ ਹਾਂ, ਵਾਂਝੇ ਹੋ ਗਏ। ਜਦੋਂ ਨਾਮ ਜਪਣ ਵਾਲੇ ਗੁਰਮੁਖਾਂ ਦੇ ਦਰਸ਼ਨ ਕਰੀਏ, ਕੋਈ ਸ਼ੰਕਾ ਹੈ ਹੀ ਨਹੀਂ ਉਹਨਾਂ ਨੂੰ। ਹਨ ਸ਼ੰਕੇ ਤੋਂ ਰਹਿਤ ਹੋ ਕੇ ਬੜੇ ਆਨੰਦ 'ਚ ਰਹਿੰਦੇ ਨੇ। ਉਹ ਤਾਂ ਕਹਿੰਦੇ ਭਾਈ ਇਹ ਜੀਵਨ ਵੀ ਹੁਣ ਚਲਾ ਜਾਏ, ਸਰੀਰ ਵੀ ਭਾਵੇਂ ਛੁੱਟ ਜਾਵੇ, ਕੋਈ ਸ਼ੰਕਾ ਨਹੀਂ। ਇੰਨਾ ਆਨੰਦ। ਤੇ ਨਾਮ ਵੀ ਹੋਣਾ ਬੰਦਾ ਉਹ ਸ਼ੰਕਾਗ੍ਰਸਤ ਹੀ ਰਹਿੰਦਾ, ਉਹਦੇ ਅੰਦਰ ਹਮੇਸ਼ਾ ਸ਼ੰਕਾ ਬਣਿਆ ਰਹਿੰਦਾ। ਇੱਕ ਤਾਂ ਹੁੰਦਾ ਹੈ ਨਾਮ ਵਿਹੂਣੇ ਬੰਦੇ ਦੇ ਹਿਰਦੇ 'ਚ ਸ਼ੰਕਾ, ਇੱਕ ਹੁੰਦਾ ਸ਼ਰਾਰਤੀ ਅਨਸਰ ਜਿਹੜਾ ਜਾਣਦਾ ਹੈ ਕਿ ਇਹਦੇ ਵਿੱਚ ਕੋਈ ਸ਼ੰਕਾ ਨਹੀਂ, ਜਾਣ ਬੁੱਝ ਕੇ ਸ਼ੰਕਾ ਪੈਦਾ ਕਰਨਾ। ਅੱਜ ਕੱਲ੍ਹ ਉਹ ਸ਼ਰਾਰਤੀ ਬਹੁਤ ਨੇ। ਜਿਸ ਕਾਰਜ ਵਿੱਚ ਕੋਈ ਸ਼ੰਕਾ ਨਹੀਂ, ਜਾਣ ਬੁੱਝ ਕੇ ਉੱਥੇ ਸ਼ੰਕਾ ਦਾ ਕਾਰਨ ਬਣਾ ਦੇਣਾ, ਜਾਣ ਬੁੱਝ ਕੇ ਉੱਥੇ ਵਿਰਤੀ ਨੂੰ ਸ਼ੰਕਾਗ੍ਰਸਤ ਕਰ ਦੇਣਾ। ਤੋ ਸ਼ੰਕਾ ਉਤਪਤੀ, ਸ਼ੰਕਾ ਪੈਦਾ ਕਰਨਾ। ਇੱਕ ਤਾਂ ਹੁੰਦਾ ਸੁਭਾਵਿਕ ਮਨ 'ਚ ਸ਼ੰਕਾ ਆਇਆ, ਉਹਦੀ ਨਿਰਵਿਰਤੀ ਹੋ ਸਕਦੀ ਹੈ। ਜਿਹੜਾ ਸ਼ੰਕਾ ਸ਼ਰਾਰਤ ਤਹਿਤ ਕੀਤਾ ਜਾਏ, ਉਸ ਸ਼ੰਕੇ ਦੀ ਨਿਵਰਤੀ ਹੋ ਹੀ ਨਹੀਂ ਸਕਦੀ, ਕਿਉਂਕਿ ਉਹ ਤਾਂ ਜਾਣ ਬੁੱਝ ਕੇ ਸ਼ਰਾਰਤ ਨਾਲ ਕੀਤੀ ਜਾ ਰਹੀ ਸ਼ੰਕਾ ਬਿਰਤੀ, ਸ਼ਰਾਰਤ ਨਾਲ ਪੈਦਾ ਕੀਤੀ ਜਾ ਰਹੀ। ਉਹ ਸ਼ੰਕੇ ਨਹੀਂ ਮਿਟਦੇ। ਭਾਵੇਂ ਕੋਈ ਪੂਰਾ ਸક્ષਮ ਵਿਦਵਾਨ ਆ ਕੇ ਸਾਹਮਣੇ ਬੈਠ ਜਾਵੇ, ਸ਼ੰਕਾ ਨਿਵਾਰਨਾ ਚਾਹੇ, ਪਰ ਜਦੋਂ ਚਲਾਕੀ ਤੇ ਚਤਰਾਈ ਨਾਲ ਸ਼ੰਕਾ ਕਰੀ ਬੈਠੇ ਨੇ, ਉਹ ਨਹੀਂ ਨਿਵਰਤ ਹੋਵੇਗਾ। ਜੀਵਨ ਕਾਲ ਦੌਰਾਨ ਧਰਮ ਦੇ ਪਾਂਧੀਆਂ ਦੇ ਅੰਦਰ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ, ਜਿਹੜੇ ਸਾਡੀ ਜਗਿਆਸਾ 'ਚੋਂ ਉਤਪੰਨ ਹੁੰਦੇ ਨੇ, ਸਾਡੀ ਭਾਵਨਾ 'ਚੋਂ ਉਤਪੰਨ ਹੁੰਦੇ ਨੇ।
ਕੁਝ ਸਵਾਲਾਂ ਦੇ ਜਵਾਬ ਸਾਨੂੰ ਗੁਰਸਿੱਖਾਂ ਦੀ ਸੰਗਤ ਕਰਦਿਆਂ ਉਹਨਾਂ ਕੋਲੋਂ ਮਿਲ ਜਾਂਦੇ ਨੇ। ਕੁਝ ਸਵਾਲ ਐਸੇ ਵੀ ਹੁੰਦੇ ਨੇ ਜਿਹੜੇ ਸਵਾਲਾਂ ਦਾ ਜਵਾਬ ਸਾਨੂੰ ਕਿਸੇ ਗੁਰਸਿੱਖ ਦੀ ਸੰਗਤ ਕਰਦਿਆਂ ਨਹੀਂ ਮਿਲਦੇ, ਕਿਉਂਕਿ ਕੁਝ ਸਵਾਲਾਂ ਦੇ ਜਵਾਬ ਅਨੁਭਵ ਚੋਂ ਉਤਪੰਨ ਹੁੰਦੇ ਨੇ। ਤੇ ਅਨੁਭਵ ਉਦੋਂ ਬਣਦਾ ਹੈ ਜਦੋਂ ਪ੍ਰਭੂ ਨੂੰ ਧਿਆਈਏ, ਪਰਮੇਸ਼ਰ ਦਾ ਧਿਆਨ ਕਰੀਏ, ਅਕਾਲ ਪੁਰਖ ਦੀ ਆਰਾਧਨਾ ਕਰੀਏ। ਤੋ ਜਿਨ੍ਹਾਂ ਨੇ ਪ੍ਰਭੂ ਨੂੰ ਧਿਆਇਆ ਉਹਨਾਂ ਅੰਦਰ ਅਨੁਭਵ ਪ੍ਰਕਾਸ਼ ਹੋਇਆ, ਔਰ ਜਿਤਨੇ ਸ਼ੰਕੇ ਸਨ ਤਿਨਾਂ ਦੇ ਹਿਰਦੇ ਚੋਂ ਟੁੱਟ ਗਏ, ਦੂਰ ਹੋ ਗਏ। ਦੁੱਖ ਹਨੇਰਾ ਭੈ ਬਿਨਾਸੇ, ਪਾਪ ਗਏ ਨਿਖੂਟ। ਉਹਨਾਂ ਅੰਦਰੋਂ ਦੁੱਖ ਦਾ ਹਨੇਰਾ ਦੂਰ ਹੋ ਗਿਆ, ਦੂਰ ਚਲਾ ਗਿਆ। ਜਿੰਨੇ ਡਰ ਸੀ, ਜਿੰਨੇ ਭੈ ਸੀ, ਉਹ ਵੀ ਬਿਨਸ ਗਏ ਨੇ। ਭੈ ਕਈ ਤਰ੍ਹਾਂ ਦੇ ਨੇ, ਡਰ ਕਈ ਤਰ੍ਹਾਂ ਦੇ ਨੇ। ਹਰ ਇੱਕ ਬੰਦੇ ਦੇ ਡਰਨ ਦਾ ਕਾਰਨ ਕੋਈ ਨਾ ਕੋਈ ਵੱਖੋ ਵੱਖਰਾ ਹੈ। ਜਿੰਨੇ ਵਿਅਕਤੀ ਓਨੇ ਹੀ ਡਰ ਵੱਖੋ ਵੱਖਰੇ। ਤੋ ਪ੍ਰਭੂ ਦੀ ਆਰਾਧਨਾ ਕਰਨ ਦਾ ਫਲ ਇਹ ਵੀ ਮਿਲਿਆ ਕਿ ਡਰ ਦੂਰ ਹੋ ਗਿਆ, ਭੈ ਦੂਰ ਹੋ ਗਿਆ। ਜਿਤਨੇ ਪਾਪ ਸਨ ਸਾਡੀ ਜ਼ਿੰਦਗੀ ਦੇ, ਮਾੜੇ ਭੈੜੇ ਕਰਮ, ਉਹ ਸਭ ਨਿਖੁੱਟ ਗਏ। ਨਿਖੂਟ ਦਾ ਮਤਲਬ ਖਤਮ ਹੋ ਗਏ, ਨਿਖੁੱਟ ਗਏ ਉਹ ਸਾਰੇ। ਉਹਨਾਂ ਸਾਰੇ ਪਾਪਾਂ ਨੂੰ ਹਰੀ ਨਾਮ ਨੇ ਦਗਧ ਕਰ ਦਿੱਤਾ, ਸਾੜ ਕੇ ਸਵਾਹ ਕਰ ਦਿੱਤਾ। ਹਰ ਹਰ ਨਾਮ ਕੇ ਮਨ ਪ੍ਰੀਤ, ਮੇਰੇ ਮਨ ਵਿੱਚ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੀ ਪ੍ਰੀਤ ਹੈ, ਕੇਵਲ ਵਾਹਿਗੁਰੂ ਦੇ ਨਾਮ ਦੀ ਪ੍ਰੀਤ ਹੈ। ਔਰ ਮੇਰੀ ਤਾਂ ਰਜੋਈ ਵੀ ਇਹੀ ਹੈ ਕਿ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ। ਮਤਾ, ਜਿਨ ਦਾ ਇੱਥੇ ਅਰਥ ਹੈ ਮਤਾ, ਮੇਰੀ ਕਿਤੇ ਮੇਰੇ ਮਾਲਕ ਦੇ ਚਰਨਾਂ ਨਾਲ ਪ੍ਰੀਤ ਘਟ ਜਾਵੇ। ਮਤਾ ਕਿਤੇ ਘਟ ਨਾ ਜਾਵੇ, ਕਿਉਂਕਿ ਬੜੇ ਮਹਿੰਗੇ ਮੁੱਲ ਲਈ ਹੈ। ਮੈਂ ਆਪਣਾ ਹਿਰਦਾ, ਆਪਣਾ ਜੀੜਾ ਭੇਟ ਕਰਕੇ ਲਈ। ਪ੍ਰੀਤ ਉਪਜਦੀ ਉਦੋਂ ਹੈ ਜਦੋਂ ਸਮਰਪਣ ਹੋਵੇਗਾ। ਕਿਸੇ ਪ੍ਰਤੀ ਵੀ ਸਾਡਾ ਸਮਰਪਣ ਹੋਵੇਗਾ, ਉਦੋਂ ਉਹਦੇ ਨਾਲ ਪ੍ਰੇਮ ਹੋਵੇਗਾ। ਜੇ ਮਨ 'ਚ ਦਵੰਦ ਹੈ ਕਿਸੇ ਪ੍ਰਤੀ ਵੀ ਇਹ ਬੰਦਾ ਠੀਕ ਨਹੀਂ, ਖਬਰੇ ਕਿੱਦਾਂ ਦਾ ਹੋਵੇਗਾ, ਬੇਵਿਸ਼ਵਾਸੀ ਹੋਵੇਗੀ, ਤੇ ਤੁਸੀਂ ਉਹਦੇ ਤੇ ਵਿਸ਼ਵਾਸ ਨਾ ਕਰੋਗੇ, ਸਮਰਪਣ ਵੀ ਨਾ ਕਰੋਗੇ, ਪ੍ਰੇਮ ਨਹੀਂ ਹੋਵੇਗਾ ਉਹਦੇ ਨਾਲ, ਪ੍ਰੀਤ ਨਹੀਂ ਹੋਵੇਗੀ। ਕੇਵਲ ਵਪਾਰ ਤਾਂ ਹੋਵੇਗਾ ਉਹਦੇ ਨਾਲ, ਪ੍ਰੀਤ ਨਹੀਂ। ਪ੍ਰੀਤ ਹਮੇਸ਼ਾ ਉਹਦੇ ਪ੍ਰਤੀ ਉਤਪੰਨ ਹੁੰਦੀ ਹੈ ਜਿਸ ਪ੍ਰਤੀ ਮਨ 'ਚ ਸਮਰਪਣ ਦਾ ਭਾਵ ਹੈ। ਇਸਤਰੀ ਦੇ ਅੰਦਰ ਪਤੀ ਪ੍ਰਤੀ ਸਮਰਪਣ ਦਾ ਭਾਵ ਹੈ ਤਾਂ ਉਹ ਪਤੀ ਨਾਲ ਪ੍ਰੀਤ ਕਰੇਗੀ, ਔਰ ਪਤੀ ਦੇ ਹਿਰਦੇ ਵਿੱਚ ਆਪਣੀ ਇਸਤਰੀ ਪ੍ਰਤੀ ਸਮਰਪਣ ਦਾ ਭਾਵ ਹੈ ਤਾਂ ਪ੍ਰੇਮ ਹੈ। ਜੇ ਬੇਵਿਸ਼ਵਾਸੀ ਆ ਦੋਨਾਂ ਵਿੱਚ ਇੱਕ ਦੂਜੇ ਪ੍ਰਤੀ, ਬੇਪ੍ਰਤੀਤੀ ਹੈ, ਤਾਂ ਉਹਨਾਂ ਦਾ ਜੀਵਨ ਨਰਕ ਰੂਪ ਹੈ। ਫਿਰ ਉਹ ਰਹਿ ਤਾਂ ਰਹੇ ਨੇ ਇੱਕ ਛੱਤ ਦੇ ਥੱਲੇ, ਪਰ ਸੁਖਦਾਈ ਗ੍ਰਹਿਸਥ ਜੀਵਨ ਦਾ ਆਨੰਦ ਨਹੀਂ, ਨਰਕ ਭਰੀ ਜ਼ਿੰਦਗੀ ਨੂੰ ਜੀ ਰਹੇ ਨੇ। ਜਿੱਥੇ ਸਮਰਪਣ ਹੈ ਉੱਥੇ ਪ੍ਰੀਤ ਹੈ, ਸਮਰਪਣ ਨਹੀਂ ਤੇ ਪ੍ਰੇਮ ਨਹੀਂ। ਜਿੱਥੋਂ ਕੁਝ ਲੈਣ ਦੀ ਇੱਛਾ ਹੋਵੇ ਕਿ ਮੈਂ ਦਿੱਤਾ ਤੇ ਬਦਲੇ 'ਚ ਮੈਨੂੰ ਕੁਝ ਚਾਹੀਦਾ, ਉੱਥੇ ਪ੍ਰੀਤ ਨਹੀਂ ਹੈ, ਉੱਥੇ ਕੇਵਲ ਮੋਹ ਹੈ। ਜਿੱਥੇ ਕੇਵਲ ਦੇਣ ਦਾ ਹੀ ਭਾਵ ਹੈ, ਲੁਟਾ ਦਿਆਂ ਮੈਂ ਸਭ ਕੁਝ ਆਪਣਾ ਇਸ ਤੋਂ, ਕੁਰਬਾਨ ਕਰ ਦਿਆਂ ਮੈਂ ਸਭ ਕੁਝ ਇਸ ਤੋਂ, ਉਹ ਹੈ ਪ੍ਰੇਮ, ਉਹ ਹੈ ਪ੍ਰੀਤ। ਬਦਲੇ 'ਚ ਕੋਈ ਕਾਂਖਾ ਨਹੀਂ। ਦੱਸੋ ਕੀ ਚਾਹੀਦਾ ਬਾਬਾ ਬੁੱਢਾ ਸਾਹਿਬ? 120 ਸਾਲ ਦੇ ਨੇੜੇ ਤੁਸੀਂ ਗੁਰੂ ਘਰ ਦੀ ਸੇਵਾ ਕੀਤੀ, ਕੁਝ ਤਾਂ ਮੰਗੋ। ਨਹੀਂ ਮਹਾਰਾਜ, ਕੁਝ ਨਹੀਂ ਚਾਹੀਦਾ। ਆ ਪ੍ਰੀਤ ਹੈ, ਆ ਪ੍ਰੇਮ ਹੈ। ਸਾਡੇ ਵਰਗਿਆਂ ਨੇ ਤਾਂ ਇੱਕ ਲੰਮੀ ਲਿਸਟ ਤਿਆਰ ਕਰ ਲੈਣੀ ਸੀ। ਮਹਾਰਾਜ 40 ਦਿਨ ਪਾਠ ਹੋ ਗਿਆ, ਐਨ ਪੂਰੀ ਮਰਿਆਦਾ ਨਾਲ 40 ਦਿਨ ਦਾ ਛੇਲਾ ਕੱਟਿਆ, 40 ਕੱਟਿਆ, ਆਹ ਲਿਸਟ ਹੈ ਮੇਰੀ। 1 ਨੰਬਰ 2 ਨੰਬਰ 40 ਦਿਨ ਦਾ ਭਾਵੇਂ ਛੇਲਾ ਕੱਟਿਆ ਹੋਵੇ ਤੇ ਮੰਗਾਂ 80 ਹੋਣਗੀਆਂ।
ਫਿਰ ਕਿੱਥੇ ਹੈ ਪ੍ਰੀਤ ਗੁਰੂ ਨਾਲ? ਫਿਰ ਤਾਂ ਵਪਾਰ ਹੀ ਹੋ ਗਿਆ ਨਾ। ਇੰਨਾ ਪਾਠ ਕੀਤਾ, ਬਦਲੇ 'ਚ ਇੰਨਾ। ਕਈ ਵਾਰ ਉਹਨਾਂ ਭਜਨ ਨਹੀਂ ਜਿੰਨਾ ਮੰਗ ਲੈਨੇ, ਸੇਵਾ ਥੋੜੀ ਮੰਗਣ ਬਹੁਤਾ ਵੀ ਹੋ ਜਾਂਦਾ। ਜਿੱਥੇ ਪ੍ਰੀਤ ਹੈ ਉੱਥੇ ਕੇਵਲ ਆਪਣਾ ਆਪ ਨਿਛਾਵਰ ਕਰਨ ਦੀ ਬਿਰਤੀ, ਕੁਰਬਾਨ ਕਰਨ ਦੀ ਬਿਰਤੀ। ਵਾਰ ਨੈ ਬਲਿਹਾਰ ਨੈ ਲਖ ਬਰੀਆ, ਨਮੋ ਨਾਮ ਸਾਹਿਬ ਕੋ ਪ੍ਰਾਨ ਅਧਰਿਆ। ਜਿੱਥੇ ਪ੍ਰੇਮ ਦਾ ਭਾਵ ਹੈ ਉੱਥੇ ਤਾਂ ਬਲ ਬਲ ਜਾਣ ਦੀ ਬਿਰਤੀ ਹੈ, ਵਾਰੇ ਵਾਰੇ ਜਾਣ ਦੀ ਬਿਰਤੀ ਹੈ। ਗੁਰ ਆਪਣੇ ਉਪਰ ਬਲ ਜਾਈਐ, ਗੁਰ ਆਪਣੇ ਉਪਰ ਬਲ ਜਾਈਐ, ਗੁਰ ਆਪਣੇ ਉਪਰ ਬਲ ਜਾਈਐ, ਗੁਰ ਆਪਣੇ ਉਪਰ ਬਲ ਜਾਈਐ। ਐਸੇ ਗੁਰ ਕੋ ਬਲ ਬਲ ਜਾਈਐ, ऐसे गुर को बल बल जाइए, ऐसे गुर को बल बल जाइए, ऐसे गुर को बल बल जाइए। आप मुकत मोहे तारै, आप मुकत मोहे तारै, आप मुकत मोहे तारै, आप मुकत मोहे तारै। ਇਹ ਪ੍ਰੇਮ ਦੇ ਵਿੱਚ ਜਾਇਆ ਜਾ ਸਕਦਾ, ਵਾਰੇ ਵਾਰੇ ਬਲਿਹਾਰ ਜਾਣਾ, ਕੁਰਬਾਨ ਜਾਣਾ, ਵਾਰੇ ਵਾਰੇ ਜਾਣ ਦੀ ਬਿਰਤੀ, ਬਲਿਹਾਰ ਹੋ ਜਾਣ ਦੀ ਬਿਰਤੀ, ਕੁਰਬਾਨ ਜਾਈਏ। ਕੁਰਬਾਨੀ ਦਾ ਜਜ਼ਬਾ ਪੈਦਾ ਹੀ ਉੱਥੇ ਹੁੰਦਾ ਜਿੱਥੇ ਪ੍ਰੇਮ ਹੈ। ਜਿੱਥੇ ਪ੍ਰੇਮ ਨਹੀਂ, ਮੋਹ ਆ ਜਾਏ, ਉੱਥੇ ਕੁਰਬਾਨੀ ਨਹੀਂ ਹੋ ਸਕਦੀ, ਉੱਥੇ ਕੁਰਬਾਨੀ ਨਹੀਂ ਹੋ ਸਕਦੀ। ਉਹ ਆਖੇਗਾ ਕਿਵੇਂ ਕਰਦੇ ਆ ਕੁਰਬਾਨ, ਇਹ ਤਾਂ ਮੇਰਾ। ਜਿੱਥੇ ਮੇਰਾ ਭਾਵ ਆ ਜਾਏਗਾ ਉੱਥੇ ਵੱਡੇ ਵੱਡੇ ਪੈਗੰਬਰਾਂ ਨੇ ਵੀ ਅੱਖਾਂ ਤੇ ਪੱਟੀ ਬੰਨ੍ਹ ਲਈ। ਕੁਰਬਾਨੀ ਔਖੀ ਹੋ ਜਾਂਦੀ ਹੈ। ਤੇ ਜਿੱਥੇ ਸਭ ਕੁਝ ਸਮਰਪਣ ਕਰ ਦਿੱਤਾ ਤੇ ਉੱਥੇ ਚਾਰੇ ਪੁੱਤਰ ਵੀ ਆਪਣੇ ਪੰਥ ਤੋਂ ਕੁਰਬਾਨ ਕਰ ਦਿੱਤੇ, ਕਿਉਂਕਿ ਪੰਥ ਨਾਲ ਪ੍ਰੇਮ ਇੰਨਾ, ਮੇਰੇ ਸਤਿਗੁਰਾਂ ਦਾ ਪਿਆਰ ਇੰਨਾ ਕਿ ਮੈਂ ਸਭ ਕੁਝ ਆਪਣੇ ਪੰਥ ਨੂੰ ਦੇ ਦਿੱਤਾ, ਸਮਰਪਣ। ਕਲਗੀਧਰ ਸਿਖਾ ਰਹੇ ਨੇ ਸਾਨੂੰ ਕਿ ਮੈਂ ਆਪਣਾ ਆਪ ਆਪਣੇ ਪੰਥ ਨੂੰ ਸਮਰਪਣ ਕਰ ਦਿੱਤਾ। ਮੋਹ ਗ੍ਰਹਿ ਮੈਂ ਮਨ ਤੇ ਧਨ ਤੇ ਸਭ ਹੀ ਇਨਹੀ ਕੋ। ਦਸਵੇਂ ਪਾਤਸ਼ਾਹ ਦੇ ਅੰਮ੍ਰਿਤ ਬਚਨ ਨੇ, ਅੰਮ੍ਰਿਤ ਬੋਲ ਨੇ। ਮੋਹ ਗ੍ਰਹਿ ਮੈਂ ਮਨ ਤੇ ਧਨ ਤੇ ਸਭ ਹੀ ਇਨਹੀ ਕੋ। ਸਭ ਕੁਝ ਇਹਨਾਂ ਦਾ, ਜੋ ਵੀ ਹੈ ਮੇਰੇ ਕੋਲ। इन्हीं की कृपा ते सजे हम है, नहीं मोसे गरीब करोड़ परे। किड्डा वड्डा समर्पण सिखा रहे ने कलगीधर। जिथे प्रेम होवे, समर्पण होवेगा उत्थे ही प्रेम होवेगा। जिथे बदले च कुछ कांखा दी इच्छा, उत्थे व्यापार बन जाता है। वो तो आदान प्रदान हो गया। कहते मेरी प्रीत है हरि दे नाम नाल, हर हर नाम की मन प्रीत। हरि वाहिगुरु परमेश्वर दे नाम दी मेरे मन विच प्रीत है। मेल साध बचन गोबिंद ते आए, महा निर्मल रीत। साधु जना दे बचनां नूं सुन के असीं गोबिंद नूं ध्याया। साधु जना दे बचन सुन के, क्योंकि साधुआं दे बचन बड़े अमोलक हुंदे आ, कीमती हुंदे आ, निर्मोलक हुंदे आ, अमलीक बचन हुंदे आ, अमलीक। तो साधु जना दे बचनां नूं सुन के असीं गोबिंद नूं ध्याया। ये सब तो निर्मल रीत है, महा निर्मल रीत। कोई पूछे सब तो वधिया मर्यादा की है, कहते साधु दे बचन सुन के परमेश्वर नूं ध्यावना ये सब तो वधिया मर्यादा है, निर्मल रीत है। रहाओ जाप ताप अनेक करने,
ਸਫਲ ਸਿਮਰਤ ਨਾਮ। ਜਪ ਕਰਨੇ, ਤਪ ਕਰਨੇ, ਅਨੇਕਾਂ ਪ੍ਰਕਾਰ ਦੀਆਂ ਕਰਨੀਆਂ, ਸ਼ੁਭ ਕਰਨੀਆਂ, ਸ਼ੁਭ ਕਰਮ ਕਰਨੇ, ਇਹ ਸਾਰੇ ਤਾਂ ਸਫਲ ਹੁੰਦੇ ਨੇ ਜੇ ਨਾਲ ਨਾਮ ਦਾ ਸਿਮਰਨ ਹੋਵੇ। ਬਿਨਾਂ ਨਾਮ ਦੇ ਸਿਮਰਨ ਤੋਂ ਕੋਈ ਜਪ ਤਪ, ਕੋਈ ਕਿਰਿਆ, ਕੋਈ ਕਰਮ ਕਾਂਡ ਸਫਲ ਨਹੀਂ। ਕਿਰਤ ਵੀ ਸਫਲ ਹੋ ਜਾਂਦੀ ਹੈ ਜੇ ਨਾਲ ਨਾਮ ਸਿਮਰਨ ਹੋਵੇ। ਜੇ ਨਾਮ ਸਿਮਰਨ ਨਹੀਂ ਤੇ ਫਿਰ ਉਹ ਕਿਰਤ ਵੀ ਧੰਦਾ ਹੈ। ਤੋ ਨਾਮ ਦੇ ਸਿਮਰਨ ਦੁਆਰਾ ਹੀ ਸਾਰੇ ਜਪ, ਸਾਰੇ ਤਪ ਔਰ ਅਨੇਕਾਂ ਪ੍ਰਕਾਰ ਦੀਆਂ ਕਰਨੀਆਂ, ਕਿਉਂਕਿ ਕਰਨੀ ਇੱਕ ਤਰ੍ਹਾਂ ਦੀ ਨਹੀਂ, ਅਨੇਕਾਂ ਪ੍ਰਕਾਰ ਦੀ। ਜਿੰਨੇ ਮਹਾਤਮਾ ਸਾਧੂ ਸਭ ਨੇ ਆਪੋ ਆਪਣੀ ਕਰਨੀ ਦੱਸੀ ਹੈ। ਜਿਵੇਂ ਕੋਈ ਪਹੁੰਚਿਆ ਉਹਨੇ ਦੱਸ ਦਿੱਤਾ ਵੀ ਮੇਰੀ ਆਹ ਕਰਨੀ ਸੀ, ਮੈਂ ਇਸ ਤਰੀਕੇ ਪਹੁੰਚੇ। ਸੰਤ ਸਮੂਹ ਅਨੇਕ ਮਤੀ ਕੇ, ਜਿੰਨੇ ਸੰਤ ਮਤੀ ਉਹਨੇ ਹੀ ਉਹਨਾਂ ਦੀਆਂ ਅਨੇਕ ਕਰਨੀਆਂ ਬੜੀਆਂ ਨੇ, ਪਰ ਸਫਲੀਆਂ ਉਹੀ ਹੋਣਗੀਆਂ ਜਿਨ੍ਹਾਂ ਕਰਨੀਆਂ ਨਾਲ ਨਾਮ ਦਾ ਸਿਮਰਨ ਹੋਵੇਗਾ। ਹਾਂਜੀ। ਕਾਰ ਅਨਗ੍ਰਹ ਆਪ ਰਾਖੇ ਭੈ ਪੂਰਨ ਕਾਮ। ਇਹ ਪ੍ਰਭੂ ਜਿਨ੍ਹਾਂ ਤੇ ਤੁਸੀਂ ਆਪਣਾ ਅਨੁਗ੍ਰਹ ਕਰਦੇ ਹੋ, ਅਨੁਗ੍ਰਹ ਦਾ ਮਤਲਬ ਹੁੰਦਾ ਕਿਰਪਾ। ਕਿਰਪਾ ਕਰਕੇ ਜਿਨ੍ਹਾਂ ਨੂੰ ਆਪ ਰੱਖ ਲੈਂਦੇ ਹੋ, ਉਹਨਾਂ ਦੇ ਸਾਰੇ ਕੰਮ ਪੂਰਨ ਹੋ ਜਾਂਦੇ ਨੇ। ਭਏ ਪੂਰਨ ਕਾਮ, ਉਹਨਾਂ ਦੇ ਸਾਰੇ ਕੰਮ ਪੂਰਨ ਹੋ ਗਏ। ਸਾਸ ਸਾਸ ਨ ਬਿਸਰ ਕਬਹੁ ਬ੍ਰਹਮ ਪ੍ਰਭ ਸਮਰਥ। ਇਹ ਮੇਰੇ ਸੁਆਮੀ ਮੈਨੂੰ ਸਵਾਸ ਸਵਾਸ ਚੇਤੇ ਰਹੋ, ਮੇਰੇ ਹਿਰਦੇ ਚੋਂ ਕਦੇ ਨਾ ਵਿਸਰੋ। हे ਬ੍ਰਹਮ, ਬ੍ਰਹਮ ਸ਼ਬਦ ਇੰਨਾ ਪਿਆਰਾ ਸ਼ਬਦ ਹੈ, ਇਸ ਸ਼ਬਦ ਦਾ ਪਰਿਆਇਵਾਚੀ ਸ਼ਬਦ ਦੁਨੀਆ 'ਚ ਕੋਈ ਬਣਿਆ ਹੀ ਨਹੀਂ ਪੂਰਨ ਰੂਪ ਵਿੱਚ। ਬ੍ਰਹਮ, ਹਰ ਇੱਕ ਸ਼ਬਦ ਦਾ ਦੂਸਰਾ ਸ਼ਬਦ ਢੁਕਵਾਂ ਹੁੰਦਾ, ਪਰ ਬ੍ਰਹਮ ਸ਼ਬਦ ਦਾ ਢੁਕਵਾਂ ਸ਼ਬਦ ਕੋਈ ਦੂਸਰਾ ਹੈ ਹੀ ਨਹੀਂ, ਬਣਿਆ ਹੀ ਨਹੀਂ। ਐਸਾ ਪਿਆਰਾ ਸ਼ਬਦ ਹੈ ਬ੍ਰਹਮ। ਅਰਥ ਆਪਾਂ ਕਰ ਲੈਂਦੇ ਹਾਂ ਵਿਆਪਕ। ਬ੍ਰਹਮ ਦਾ ਅਰਥ ਹੈ ਵਿਆਪਕ, ਪਰ ਉਸ ਤੋਂ ਪਰੇ ਬੜਾ ਡੂੰਘਾ ਭਾਵ ਹੈ ਇਸ ਦਾ। ਜਿਵੇਂ ਜਿਵੇਂ ਸੁਰਤ ਇਹਦੇ 'ਚ ਖੁੱਭਦੀ ਜਾਵੇ, ਹੋਰ ਵਿਸ਼ਾਲ ਹੁੰਦਾ ਚੱਲਿਆ ਜਾਂਦਾ, ਹੋਰ ਵਿਸ਼ਾਲ। हे ਬ੍ਰਹਮ, ਤੂੰ ਸਮਰੱਥ ਹੈ। ਮੇਰੀ ਅਰਜ਼ੋਈ ਹੈ ਤੁਹਾਡੇ ਚਰਨਾਂ 'ਚ ਕਿ ਮੈਨੂੰ ਸਵਾਸ ਸਵਾਸ ਕਦੇ ਨਾ ਵਿਸਰੋ। ਗੁਣ ਅਨਕ ਰਸਨਾ ਕਿਆ ਬਖਾਨੈ ਅਗਣਤ ਸਦਾ ਅਕਥ। ਤੁਹਾਡੇ ਅਨੇਕਾਂ ਗੁਣ ਨੇ, ਅਨੇਕਾਂ, ਤੇ ਮੈਂ ਆਪਣੀ ਇੱਕ ਰਸਨਾ ਨਾਲ ਕਿੰਨੇ ਕੁ ਗੁਣ ਵਰਣਨ ਕਰਾਂ। ਤੇਰੇ ਗੁਣ ਅਗਣਤ ਨੇ, ਅਗਣਤ ਜੋ ਗਿਣੇ ਨਹੀਂ ਜਾ ਸਕਦੇ। हे ਪ੍ਰਭੂ, ਤੂੰ ਸਦਾ ਹੀ ਅਕਥ ਹੈ, ਤੂੰ ਕਥਨ ਵਿੱਚ ਨਹੀਂ ਆਉਂਦਾ। ਦੀਨ ਦਰਦ ਨਿਵਾਰ ਤਾਰਣ ਦਇਆਲ ਕਿਰਪਾ ਕਰਨ। ਮਹਾਰਾਜ ਜੀ, ਤੁਸੀਂ ਦੀਨਾਂ ਦੇ ਦਰਦ ਨਿਵਾਰਨ ਵਾਲੇ ਹੋ, ਸੰਸਾਰ ਦੇ ਸਮਸਤ ਜੀਵਾਂ ਨੂੰ ਤਾਰਨ ਵਾਲੇ ਹੋ, ਦਇਆਲ ਦਇਆ ਕਰਨ ਵਾਲੇ ਹੋ, ਤੇ ਮਹਾਰਾਜ ਤੁਸੀਂ ਸਾਡੇ ਤੇ ਕਿਰਪਾ ਕਰੋ। ਅਟਲ ਪਦਵੇ ਨਾਮ ਸਿਮਰਨ ਦ੍ਰਿੜ ਨਾਨਕ ਹਰ ਹਰ ਸਰਣ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਹੈ ਹਰੀ ਜੀ, ਅਸੀਂ ਤੁਹਾਡੀ ਸ਼ਰਨ ਨੂੰ ਬੜੇ ਪੱਕਿਆਂ ਰੂਪ ਵਿੱਚ ਦ੍ਰਿੜ ਕਰਕੇ ਧਾਰਨ ਕੀਤਾ ਹੈ। ਤੁਹਾਡੇ ਨਾਮ ਦਾ ਸਿਮਰਨ ਐਸੀ ਬਰਕਤ ਵਾਲਾ ਹੈ ਕਿ ਜਿਸ ਦੇ ਸਿਮਰਨ ਦੁਆਰਾ ਅਟਲ ਪਦਵੀ ਪ੍ਰਾਪਤ ਹੁੰਦੀ ਹੈ। ਅਟਲ ਨਾ ਟਲਣ ਵਾਲੀ ਪਦਵੀ। ਦੁਨੀਆ ਦੇ ਜਿਤਨੇ ਵੀ ਪਦ ਨੇ ਉਹ ਮਿਲਦੇ ਨੇ, ਚਲੇ ਜਾਂਦੇ ਨੇ। ਕਦੇ ਵੇਖਿਆ ਕਿਸੇ ਪਦ ਤੇ ਕੋਈ ਸदैवी ਹੋਵੇ? ਕਈ ਵਾਰ ਪ੍ਰਮੋਸ਼ਨ ਹੋਣ ਦੀ ਬਜਾਏ ਥੱਲੇ ਵੀ ਆ ਜਾਂਦੇ, ਜਗ੍ਹਾਵਾਂ ਤਬਦੀਲ ਹੋ ਜਾਂਦੀਆਂ ਨੇ, ਥਾਵਾਂ ਤਬਦੀਲ ਹੋ ਜਾਂਦੀਆਂ ਨੇ। ਉਹ ਪਦਵੀਆਂ ਸਤ ਤੇ ਸदैवी ਨਹੀਂ ਹਨ।
हे प्रभु ਤੁਹਾਡੇ ਨਾਮ ਦਾ ਸਿਮਰਨ ਅਟਲ ਪਦਵੀ ਦਾ ਦਾਤਾ ਹੈ। ਜਿੱਥੇ ਇੱਕ ਵਾਰੀ ਕੋਈ ਪਹੁੰਚ ਗਿਆ, ਧਰੂ ਅੱਜ ਵੀ ਅਟਲ ਹੈ। ਧਰੂ ਅਟਲ ਅੱਜ ਵੀ ਅਟਲ ਹੈ। ਅੱਜ ਵੀ ਕਬੀਰ ਜੀ ਦੀ ਪਦਵੀ ਉਸੇ ਤਰ੍ਹਾਂ ਅਟਲ ਹੈ। ਹਜ਼ਾਰਾਂ ਯੁੱਗਾਂ ਤੱਕ, ਕਰੋੜਾਂ ਯੁੱਗਾਂ ਤੱਕ ਉਹਨਾਂ ਦੀ ਪਦਵੀ ਜਿਉਂ ਕੀ ਤਿਉਂ ਉਸੇ ਤਰ੍ਹਾਂ ਹੀ ਰਹੇਗੀ। ਤੋ ਨਾਮ ਸਿਮਰਨ ਦੁਆਰਾ ਅਟਲ ਪਦਵੀ ਪ੍ਰਾਪਤ ਹੁੰਦੀ, ਜਿੱਥੇ ਜਾ ਕੇ ਜੰਮਣਾ ਮਰਨਾ ਨਹੀਂ ਪੈਂਦਾ।